ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹ। ਜੀ ਵੀਵਰਜ਼, ਅੱਜ ਅਸੀਂ ਤੁਹਾਡੇ ਨਾਲ ਮਾਜ਼ੀ ਦੇ ਮਸ਼ਹੂਰ ਸੁਪਰਸਟਾਰ ਕਾਮੇਡੀਅਨ ਅਦਾਕਾਰ ਜਿਨ੍ਹਾਂ ਦੇ ਵਿੱਚ ਸਾਰੀਆਂ ਖੂਬੀਆਂ ਪਾਈਆਂ ਜਾਂਦੀਆਂ ਸੀ, ਫਿਲਮ ਸਾਜ਼ ਵੀ ਸੀ, ਫਿਲਮ ਡਾਇਰੈਕਟਰ ਵੀ ਸੀ, ਸਿੰਗਰ ਵੀ ਸੀ, ਸਾਰੀਆਂ ਖੂਬੀਆਂ ਪਾਈਆਂ ਜਾਂਦੀਆਂ ਸੀ। ਉਹਨਾਂ ਦੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਸੱਚਾ ਵਾਕਿਆ ਬਿਆਨ ਕਰਾਂਗੇ ਕਿ ਜਿਹੜਾ ਬੰਦਾ ਉਹਦੇ ਨਾਲ ਅਹਿਸਾਨ ਕਰਦਾ ਸੀ ਉਹਦੇ ਉੱਤੇ, ਉਹ ਜ਼ਿੰਦਗੀ ਭਰ ਉਸ ਅਹਿਸਾਨ ਨੂੰ ਯਾਦ ਰੱਖਦੇ ਸੀ। ਜਿਹੜਾ ਬੰਦਾ ਕੋਈ ਜ਼ੁਲਮ ਕਰਦਾ ਸੀ ਉਹਨੂੰ ਜ਼ੁਲਮ ਨੂੰ ਭੁੱਲ ਜਾਂਦੇ ਸੀ ਅਤੇ ਭੁਲਾ ਦਿੰਦੇ ਸੀ। ਅਤੇ ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦੇਣਾ, ਬੜੀ ਮਿਹਰਬਾਨੀ। ਅਦਾਕਾਰ ਰੰਗੀਲਾ ਸ਼ੁਰੂ ਦੇ ਇਬਤਦਾਈ ਦਿਨਾਂ ਦੇ ਵਿੱਚ ਜਿਸ ਵੇਲੇ ਇਹਨਾਂ ਨੇ ਫਿਲਮਾਂ ਦੇ ਵਿੱਚ ਪੈਰ ਰੱਖਿਆ, ਇਹ ਸਨ 1958 ਦਾ ਵਾਕਿਆ। ਇਬਤਦਾਈ ਦਿਨਾਂ ਦੇ ਵਿੱਚ ਜਿਸ ਵੇਲੇ ਬੰਦਾ ਜਿਹੜੇ ਕੰਮ 'ਚ ਵੀ ਤੁਹਾਨੂੰ ਪਤਾ ਜਾਂਦਾ, ਸ਼ੁਰੂ ਦੇ ਵਿੱਚ ਮਸਲੇ ਮਸਾਇਲ ਆਉਂਦੇ ਆ, ਅਤੇ ਉਹ ਸ਼ੁਰੂ ਦੇ ਦਿਨਾਂ ਦੇ ਵਿੱਚ ਜਿਹੜਾ ਵੀ ਤੁਸੀਂ ਕੰਮ ਸਟਾਰਟ ਕਰ ਲਓ, ਉਹ ਹੌਲੀ ਹੌਲੀ ਚੜ੍ਹਦਾ ਫਿਰ ਚੜ੍ਹਦਾ ਜਾਂਦਾ। ਅਤੇ ਇਸੇ ਤਰ੍ਹਾਂ ਅਦਾਕਾਰ ਰੰਗੀਲਾ ਨੇ ਜਿਸ ਵੇਲੇ 1958 ਦੇ ਵਿੱਚ ਫਿਲਮਾਂ ਦੇ ਵਿੱਚ ਪੈਰ ਰੱਖਿਆ, ਅਤੇ ਇੱਥੋਂ ਤੱਕ ਸੀ ਕਿ ਇਹਦੇ ਕੋਲ ਰੋਟੀ ਖਾਣੇ ਵਾਸਤੇ ਪੈਸੇ ਵੀ ਨਹੀਂ ਸੀ ਹੁੰਦੇ। ਸ਼ੁਰੂ ਦੇ ਇਬਤਦਾਈ ਦਿਨਾਂ ਦੇ ਵਿੱਚ ਜੇ ਇਹਨੇ ਸੁਬਾਹ ਦੀ ਰੋਟੀ ਖਾ ਲਈ, ਸ਼ਾਮ ਦੀ ਰੋਟੀ ਦੇ ਪੈਸੇ ਹੈ ਨਹੀਂ, ਜੇ ਸ਼ਾਮ ਦੀ ਖਾ ਲਈ, ਸੁਬਾਹ ਦੀ ਰੋਟੀ ਦੇ ਪੈਸੇ ਨਹੀਂ ਹੈਗੇ। ਇਹ ਸ਼ਾਹਨੂਰ ਸਟੂਡੀਓ ਦੇ ਵਿੱਚ ਸ਼ੂਟਿੰਗ ਕਰਦਾ ਸੀ, ਅਤੇ ਇੱਕ ਦਿਨ ਇਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਅਤੇ ਉਸ ਦਿਨ ਇਹਦੇ ਕੋਲ ਪੈਸੇ ਵੀ ਕੋਈ ਨਹੀਂ ਸੀ। ਸੈਦ ਵਾਲਾ ਇੱਕ ਉਸ ਵੇਲੇ ਇਲਾਕਾ ਸੀ, ਹੁਣ ਜਿਹੜਾ ਲਾਹੌਰ ਦਾ ਬਹੁਤ ਬੜਾ ਸ਼ਹਿਰ ਬਣ ਗਿਆ, ਉਦੋਂ ਇਹ ਇੱਕ ਗਾਉਂ ਸੀ। ਸੈਦ ਵਾਲਾ ਮਰਕਜ਼ ਬਣ ਗਿਆ ਨਾ ਤਜਾਰਤ ਦਾ, ਅਤੇ ਬਹੁਤ ਬੜਾ ਸ਼ਹਿਰ ਬਣ ਗਿਆ। ਅਤੇ ਉਸ ਵੇਲੇ ਗਾਉਂ ਸੀ, ਉਸ ਗਾਉਂ ਦੇ ਨੁੱਕਰ ਦੇ ਉੱਤੇ ਅੰਮਾ ਨੂਰਾਂ ਦਾ ਤੰਦੂਰ ਸੀ, ਅਤੇ ਇਹ ਗਾਹੇ ਗਾਹੇ ਜਾ ਕੇ ਅੰਮਾ ਨੂਰਾਂ ਦੇ ਤੰਦੂਰ ਤੋਂ ਰੋਟੀ ਖਾਂਦਾ ਹੁੰਦਾ ਸੀ, ਪੈਸੇ ਦੇ ਆਉਂਦਾ ਹੁੰਦਾ ਸੀ। ਇੱਕ ਦਿਨ ਐਸਾ ਵਾਕਿਆ ਹੋਇਆ ਕਿ ਇਹਦੇ ਕੋਲ ਬਿਲਕੁਲ ਪੈਸੇ ਨਹੀਂ ਸੀ, ਭੁੱਖ ਵੀ ਬੜੀ ਲੱਗੀ ਹੋਈ ਸੀ। ਸ਼ਾਹਨੂਰ ਸਟੂਡੀਓ ਤੋਂ 1.5 ਕਿਲੋਮੀਟਰ 'ਤੇ ਉਹ ਤੰਦੂਰ ਸੀ ਅੰਮਾ ਨੂਰਾਂ ਦਾ। ਉੱਥੇ ਜਾਂਦਾ, ਜਾ ਕੇ ਅੰਮਾ ਨੂਰਾਂ ਨੂੰ ਕਹਿੰਦਾ, ਅੰਮਾ ਨੂਰਾਂ ਤੂੰ ਗਰੀਬ ਮਸਕੀਨ ਯਤੀਮਾਂ ਨੂੰ ਖਾਣਾ ਖਵਾਉਂਦੀ ਆ? ਉਹਨੇ ਕਿਹਾ ਜੀ ਬਿਲਕੁਲ ਖਿਲਾਉਂਦੀ ਆ। ਉਹਨੇ ਕਿਹਾ ਜਿਹਦੇ ਕੋਲ ਪੈਸੇ ਨਾ ਹੋਣ, ਉਹਨੇ ਕਿਹਾ ਉਹਨੂੰ ਵੀ ਖਵਾਉਂਦੀ ਆ। ਜਿਹੜਾ ਗਰੀਬ ਹੋਵੇ ਉਹਨੂੰ ਵੀ ਖਵਾਉਂਦੀ ਆ। ਉਹਨੇ ਕਿਹਾ ਬੇਟਾ ਤੇਰਾ ਮਕਸਦ ਕੀ ਆ, ਤੂੰ ਖਾਣਾ ਖਾਣਾ ਚਾਹੁੰਦਾ? ਹਾਂਜੀ। ਉਹਨੇ ਕਿਹਾ ਅੰਮਾ ਜੀ ਮੈਂ ਖਾਣਾ ਚਾਹੁੰਦਾ। ਉਹਨੇ ਕਿਹਾ ਅੰਮਾ ਜੀ ਮੈਂ ਹੁਣ ਫਿਲਮਾਂ ਦੇ ਵਿੱਚ ਬਹੁਤ ਬੜਾ ਅਦਾਕਾਰ ਐਕਟਰ ਬਣਨੇ ਵਾਸਤੇ ਆਇਆ, ਫਿਲਮਾਂ ਦੇ ਵਿੱਚ ਕੰਮ ਕਰਦਾ, ਹਜੇ ਮੈਨੂੰ ਪੈਸਾ ਬਹੁਤ ਘੱਟ ਮਿਲਦਾ, ਥੋੜ੍ਹੇ ਪੈਸੇ ਮਿਲਦੇ। ਅੱਜ ਮੇਰੇ ਕੋਲ ਰੋਟੀ ਖਾਣੇ ਵਾਸਤੇ ਵੀ ਪੈਸੇ ਨਹੀਂ, ਅਤੇ ਮੈਨੂੰ ਬੜੀ ਭੁੱਖ ਲੱਗੀ ਆ। ਅਤੇ ਮੈਂ ਕਿਹਾ ਅੰਮਾ ਨੂਰਾਂ ਦੇ ਤੰਦੂਰ 'ਤੇ ਜਾਂਦੇ ਹਾਂ, ਜਾ ਕੇ ਉੱਥੇ ਗਰਮ ਗਰਮ ਰੋਟੀ ਖਾਂਦੇ ਹਾਂ, ਅਤੇ ਲੇਕਿਨ ਮੇਰੇ ਕੋਲ ਪੈਸੇ ਕੋਲ ਕੋਈ ਨਹੀਂ। ਅਤੇ ਅੰਮਾ ਨੂਰਾਂ ਨੇ ਕਿਹਾ ਪੁੱਤ ਤੂੰ ਇਹ ਕਿਹੜੀ ਗੱਲ ਕੀਤੀ ਆ, ਮੈਂ ਤੇਰੀ ਮਾਂ ਆ। ਅਤੇ ਅਦਾਕਾਰ ਰੰਗੀਲਾ ਸਾਹਿਬ ਨੇ ਅੰਮਾ ਨੂਰਾਂ ਨੂੰ ਕਿਹਾ ਬੜੀ ਮਿਹਰਬਾਨੀ, ਅਗਰ ਤੁਸੀਂ ਰੋਟੀ ਖਵਾ ਦਿਓਗੇ, ਮੇਰੇ ਕੋਲ ਪੈਸੇ ਕੋਈ ਨਹੀਂ, ਅਤੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਫਿਰ ਦੇ ਦਿਆਂਗਾ। ਅੰਮਾ ਨੂਰਾਂ ਨੇ ਕਿਹਾ ਪੁੱਤ ਤੂੰ ਰੋਟੀ ਖਾ, ਪੈਸਿਆਂ ਦੀ ਕੋਈ ਜ਼ਰੂਰਤ ਨਹੀਂ, ਨਾ ਮੈਂ ਪੈਸੇ ਲੈਣੇ ਆ, ਅਤੇ ਤੂੰ ਰੋਟੀ ਖਾ, ਤੇਰੇ ਮੱਥੇ 'ਤੇ ਮੈਨੂੰ ਲਿਖਿਆ ਨਜ਼ਰ ਆਉਂਦਾ, ਇਨਸ਼ਾਅੱਲਾ ਤੂੰ ਬਹੁਤ ਬੜਾ ਅਦਾਕਾਰ ਕਿਸੇ ਦਿਨ ਬਣ ਜਾਏਗਾ। ਅੰਮਾ ਨੂਰਾਂ ਨੇ ਉਹਨੂੰ ਫਿਰ ਰੋਟੀ ਖਵਾਈ, ਖਾ ਕੇ ਚੱਲ ਗਿਆ। ਅੰਮਾ ਨੂਰਾਂ ਨੇ ਫਿਰ ਜਾਣ ਲੱਗੇ ਨੂੰ ਕਿਹਾ ਪੁੱਤ ਜਦੋਂ ਵੀ ਤੈਨੂੰ ਭੁੱਖ ਲੱਗੇ ਤੂੰ ਚੁੱਪ ਕਰਕੇ ਆ ਜਾਣਾ, ਇੱਥੋਂ ਆ ਕੇ ਰੋਟੀ ਖਾ ਜਾ ਕਰ। ਬਸ ਫਿਰ ਉਹ ਗਾਹੇ ਬਗਾਏ ਆਉਂਦਾ ਸੀ, ਜਦੋਂ ਉਹਦੇ ਕੋਲ ਪੈਸੇ ਹੁੰਦੇ ਸੀ ਦੇ ਜਾਂਦਾ ਸੀ। ਲੇਕਿਨ ਇੱਕ ਦਿਨ ਫਿਰ ਅੰਮਾ ਨੂਰਾਂ ਨੇ ਕਿਹਾ ਪੁੱਤ ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ, ਤੂੰ ਰੋਟੀ ਖਾ ਕੇ ਚਲਾ ਜਾਇਆ ਕਰ, ਜਦੋਂ ਤੇਰੇ ਕੋਲ ਬਹੁਤੇ ਪੈਸੇ ਆਉਣੇ ਸ਼ੁਰੂ ਹੋ ਗਏ ਫਿਰ ਤੂੰ ਮੈਨੂੰ ਦੇ ਦੇਈਂ, ਹਜੇ ਨਾ ਦੇ, ਥੋੜ੍ਹੇ ਥੋੜ੍ਹੇ ਜਿਹੜੇ ਤੈਨੂੰ ਪੈਸੇ ਮਿਲਦੇ ਆ ਤੂੰ ਆਪਣੇ ਕੋਲ ਰੱਖ, ਇਹਦੇ ਨਾਲ ਆਪਣਾ ਹੋਰ ਜ਼ਰੂਰੀਅਤ ਜ਼ਿੰਦਗੀ ਦੀਆਂ ਜਿਹੜੀਆਂ ਚੀਜ਼ਾਂ ਪੂਰੀਆਂ ਕਰ, ਤੂੰ ਰੋਟੀ ਖਾ ਜਾ ਕਰ। ਉਹ ਰੋਟੀ ਖਾ ਕੇ ਅੰਮਾ ਨੂਰਾਂ ਦੇ ਕੋਲੋਂ ਚਲ ਜਾਂਦਾ। ਇਹ 7-8 ਸਾਲ ਬਾਅਦ ਸਿਲਸਿਲਾ ਚੱਲਦਾ ਰਹਿੰਦਾ। ਫਿਰ ਤੁਹਾਨੂੰ ਪਤਾ 1969 ਦੇ ਵਿੱਚ ਜਿਸ ਵੇਲੇ ਅਦਾਕਾਰ ਰੰਗੀਲਾ ਨੇ ਦੀਆ ਔਰ ਤੂਫਾਨ ਫਿਲਮ ਬਣਾਈ, ਅਤੇ ਉਸ ਫਿਲਮ ਨੇ ਫਿਰ ਅਦਾਕਾਰ ਰੰਗੀਲਾ ਨੂੰ ਬਹੁਤ ਅਰੂਜ ਬਖਸ਼ਿਆ। ਅਤੇ ਇਸ ਫਿਲਮ ਬਣਾਉਣ ਦੇ ਵਿੱਚ ਉਹਨੂੰ ਇੰਨਾ ਪੈਸਾ ਇਕੱਠਾ ਹੋਇਆ, ਜਿਸ ਵੇਲੇ ਇਹਨੇ ਫਿਲਮ ਉਹ ਫਿਰ ਵੇਚੀ ਅਤੇ ਇਹਨੂੰ ਬੜੇ ਪੈਸੇ ਮਿਲੇ, ਅਤੇ ਉਸ ਤੋਂ ਬਾਅਦ ਫਿਰ ਇਹ ਤਰੱਕੀ ਦਾ ਅਰੂਜ ਸ਼ੁਰੂ ਹੋ ਗਿਆ। ਫਿਰ ਫਿਲਮਾਂ ਵਾਲੇ ਇਹਦੇ ਪਿੱਛੇ ਦੌੜਦੇ ਹੁੰਦੇ ਸੀ, ਫਿਲਮਾਂ ਦੇ ਵਿੱਚ ਇਹਨੇ ਅਰੂਜ ਪਾਇਆ।
ਤੇ ਇੱਕ ਦਫਾ ਇਸ ਤਰ੍ਹਾਂ ਜ਼ਿਕਰ ਹੋਇਆ ਕਿ ਇਹ ਆਪਣੇ ਦੋਸਤ ਦੇ ਨਾਲ ਬੈਠਾ ਸੀ, ਗੱਡੀ ਦੇ ਵਿੱਚ ਜਾ ਰਿਹਾ ਸੀ ਤੇ ਇਹਨਾਂ ਨੂੰ ਭੁੱਖ ਲੱਗੀ ਤੇ ਇਹ ਉਸ ਇਲਾਕੇ 'ਚ ਗੁਜ਼ਰ ਰਹੇ ਸੀ। ਰੰਗੀਲਾ ਸਾਹਿਬ ਇਹਨਾਂ ਨੂੰ ਉਸ ਦਿਨ ਭੁੱਖ ਲੱਗੀ ਹੋਈ ਸੀ। ਇਹਨੇ ਕਿਹਾ ਯਾਰ ਇੱਥੇ ਇੱਕ ਅੰਮਾ ਨੂਰਾਂ ਦਾ ਹੋਟਲ ਹੈ, ਇੱਥੇ ਬ੍ਰੇਕ ਮਾਰ, ਉਸ ਹੋਟਲ ਤੋਂ ਮੈਂ ਤੁਹਾਨੂੰ ਰੋਟੀ ਖਵਾਣਾ। ਤੇ ਉਸ ਅੰਮਾ ਨੂਰਾਂ ਦੀ ਰੋਟੀ ਦੇ ਵਿੱਚ ਬਰਕਤ ਵੀ ਬੜੀ ਆ ਤੇ ਉਹਨਾਂ ਦੀ ਬਰਕਤ ਦੇ ਨਾਲ ਹੀ ਮੈਂ ਅੱਜ ਇੱਥੇ ਤੱਕ ਪਹੁੰਚਿਆ। ਜਿਸ ਵੇਲੇ ਅਦਾਕਾਰ ਰੰਗੀਲਾ ਆਪਣੇ ਦੋਸਤ ਦੇ ਨਾਲ ਦੋਸਤ ਦੀ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ, ਅੰਮਾ ਨੂਰਾਂ ਦੇ ਹੋਟਲ ਤੇ ਪਹੁੰਚਦੇ ਨੇ, ਦੇਖਦੇ ਨੇ ਕਿ ਅੱਗੇ ਅੰਮਾ ਨੂਰਾਂ ਦਾ ਹੋਟਲ ਜਿਹੜਾ ਉਹ ਬੰਦ ਹੁੰਦਾ ਤੇ ਉਹ ਲੋਕਾਂ ਕੋਲੋਂ ਪੁੱਛਦੇ ਨੇ ਕਿ ਇਹ ਅੰਮਾ ਨੂਰਾਂ ਦਾ ਹੋਟਲ ਕਿਉਂ ਬੰਦ ਆ, ਅੰਮਾ ਨੂਰਾਂ ਕਿੱਥੇ ਗਈ ਆ। ਤੇ ਲੋਕਾਂ ਨੇ ਦੱਸਿਆ ਕਿ ਅੰਮਾ ਨੂਰਾਂ ਦੀ ਬੇਟੀ ਦੀ ਅੱਜ ਸ਼ਾਦੀ ਤੇ ਉਹ ਸ਼ਾਦੀ ਦੇ ਵਿੱਚ ਮਸਰੂਫ ਹੋਣੀ ਆ। ਤੇ ਅੰਮਾ ਨੂਰਾਂ ਦੀਆਂ 7 ਬੇਟੀਆਂ ਸੀ ਤੇ ਅੰਮਾ ਨੂਰਾਂ ਬੇਵਾ ਹੋ ਗਈ ਸੀ। ਤੇ ਉਹ ਜਿਸ ਵੇਲੇ ਪੁੱਛਦਾ ਪਛਾਂਦਾ ਘਰ ਅਦਾਕਾਰ ਰੰਗੀਲਾ ਅੰਮਾ ਨੂਰਾਂ ਦੇ ਘਰ ਪਹੁੰਚਦਾ ਤੇ ਲੋਕਾਂ ਨੇ ਵੀ ਅਦਾਕਾਰ ਰੰਗੀਲੇ ਨੂੰ ਪਹਿਚਾਣ ਲਿਆ, ਕਿਉਂਕਿ ਉਹ ਬਹੁਤ ਉਸ ਟਾਈਮ ਮਸ਼ਹੂਰ ਹੋ ਚੁੱਕਿਆ ਸੀ ਕਿ ਅਦਾਕਾਰ ਰੰਗੀਲਾ ਆਇਆ ਹੈ ਜੀ। ਤੇ ਉਹਨਾਂ ਨੇ ਦੱਸਿਆ ਜੀ ਇਹ ਫਲਾਂ ਘਰ ਹੈ ਜੀ ਅੰਮਾ ਨੂਰਾਂ ਦਾ, ਤੇ ਅੰਮਾ ਨੂਰਾਂ ਦੇ ਘਰ ਪਹੁੰਚ ਜਾਂਦੇ ਨੇ। ਜਿਸ ਵੇਲੇ ਵੇਖਦੇ ਨੇ ਉੱਥੇ ਇੱਕ ਅਜੀਬ ਸੀਨ ਹੁੰਦਾ, ਅਜੀਬ ਵਾਕਿਆ ਹੁੰਦਾ। ਉਹ ਵਾਕਿਆ ਇਸ ਤਰ੍ਹਾਂ ਕਿ ਜੋ ਦੇਖਦਾ ਕਿ ਬਹੁਤ ਸਾਰੇ ਲੋਕ ਚਾਰਪਾਈਆਂ ਤੇ ਬੈਠੇ ਹੋਏ ਹੁੰਦੇ ਆ ਤੇ ਉਹ ਜਿਸ ਵੇਲੇ ਵੇਖਦਾ ਬਰਾਤ ਆਈ ਹੁੰਦੀ, ਅੰਮਾ ਨੂਰਾਂ ਦੀ ਬੇਟੀ ਨੂੰ ਵਿਆਹਣ ਵਾਸਤੇ ਬਰਾਤ ਆਈ ਹੁੰਦੀ ਆ, ਉਹ ਬੈਠੀ ਹੁੰਦੀ ਆ ਤੇ ਬਰਾਤ ਜਿਹੜੀ ਆ ਉਹ ਬਹੁਤ ਗੁੰਮਸੁੰਮ ਚੁੱਪ ਬੈਠੀ ਆ। ਤੇ ਉਹ ਜਾ ਕੇ ਪੁੱਛਦਾ ਅੰਮਾ ਨੂਰਾਂ ਕਿੱਥੇ ਆ, ਉਹ ਕਹਿੰਦੇ ਜੀ ਅੰਦਰ ਆ। ਤੇ ਉਹ ਬਰਾਤ ਇਸ ਵਾਸਤੇ ਚੁੱਪ ਗੁੰਮਸੁੰਮ ਬੈਠੀ ਹੁੰਦੀ ਆ ਕਿ ਅੰਮਾ ਨੂਰਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਆਪਣੀ ਹੈਸੀਅਤ ਦੇ ਮੁਤਾਬਕ ਇਸ ਬੱਚੀ ਨੂੰ ਸਮਾਨ ਦਵਾਂਗੀ, ਲੇਕਿਨ ਉਹ ਬਰਾਤ ਅੰਮਾ ਨੂਰਾਂ ਕੋਲ ਸਮਾਨ ਨਹੀਂ ਬਣਿਆ। ਉਹ ਬਰਾਤ ਜਿਹੜੀ ਆ ਉਹ ਨਾਰਾਜ਼ ਹੋ ਕੇ ਬੈਠੀ ਹੁੰਦੀ, ਉਹ ਕਹਿੰਦੀ ਜਦ ਤੱਕ ਤੂੰ ਸਮਾਨ ਨਹੀਂ ਦੇਂਗੀ ਅਸੀਂ ਤੇਰੀ ਬੱਚੀ ਨੂੰ ਵਿਆਹ ਕੇ ਨਹੀਂ ਲੈ ਕੇ ਜਾਣਾ। ਅੰਮਾ ਨੂਰਾਂ ਵੀ ਬੜੀ ਪਰੇਸ਼ਾਨ ਹੁੰਦੀ ਆ ਤੇ ਭਈ ਇਹ ਬਰਾਤ ਅਗਰ ਐਸੇ ਤਰ੍ਹਾਂ ਵਾਪਸ ਚਲ ਗਈ, ਮੇਰੀ ਬੱਚੀ ਨੂੰ ਨਾ ਲੈ ਕੇ ਗਈ ਤੇ ਬੜੀ ਬਿਸਤੀ। ਅੰਮਾ ਨੂਰਾਂ ਕੋ ਹੁਣ ਉਦੋਂ ਗੁੰਜਾਇਸ਼ ਨਹੀਂ ਸੀ, ਸਮਾਨ ਨਹੀਂ ਸੀ ਬਣਿਆ। ਅਦਾਕਾਰ ਰੰਗੀਲਾ ਜਿਸ ਵੇਲੇ ਜਾਂਦੇ ਨੇ ਅੰਮਾ ਨੂਰਾਂ ਨੂੰ ਕਹਿੰਦੇ ਨੇ ਅੰਮਾ ਨੂਰਾਂ ਨੂੰ ਮੈਨੂੰ ਮਿਲਾਓ। ਅੰਮਾ ਨੂਰਾਂ ਅੰਦਰ ਬੈਠੀ ਹੁੰਦੀ ਆ, ਅੰਮਾ ਨੂਰਾਂ ਨੂੰ ਜੱਫੀ ਪਾ ਕੇ ਮਿਲਦਾ ਤੇ ਅੰਮਾ ਨੂਰਾਂ ਨੇ ਉਸ ਨੂੰ ਪਹਿਚਾਣਿਆ ਨਹੀਂ ਹੈ। ਅੰਮਾ ਨੂਰਾਂ ਨੇ ਕਿਹਾ ਕਿ ਬੇਟਾ ਤੂੰ ਕੌਣ ਆ। ਤੇ ਅਦਾਕਾਰ ਰੰਗੀਲੇ ਨੇ ਦੱਸਿਆ ਅੰਮਾ ਨੂਰਾਂ ਨੂੰ ਵੀ ਮੈਂ ਇਸ ਤਰ੍ਹਾਂ ਉਹ ਫਲਾਂ ਬੰਦਾ ਆ ਤੇ ਮੈਂ ਤੁਹਾਡੇ ਕੋ ਤੰਦੂਰ ਤੇ ਰੋਟੀ ਖਾਂਦਾ ਹੁੰਦਾ ਸੀ ਇਬਤਦਾਈ ਦਿਨਾਂ ਦੇ ਵਿੱਚ, ਸ਼ੁਰੂ ਦੇ ਦਿਨਾਂ ਦੇ ਵਿੱਚ। ਅੰਮਾ ਨੂਰਾਂ ਨੇ ਕਿਹਾ ਅੱਛਾ ਤੂੰ ਉਹ ਅਦਾਕਾਰ ਰੰਗੀਲਾ ਜਿਹੜਾ ਸੀ ਬਣਨਾ ਚਾਹੁੰਦਾ, ਅੱਛਾ। ਉਹਨਾਂ ਨੇ ਪਹਿਚਾਣ ਲਿਆ, ਉਹਨੇ ਕਿਹਾ ਅੱਜ ਤੂੰ ਤਾਂ ਫਰਿਸ਼ਤਾ ਬਣ ਕੇ ਆਇਆ। ਉਹਨੇ ਕਿਹਾ ਮਾਂ ਮੈਂ ਇਹ ਫਰਿਸ਼ਤਾ ਵੀ ਤੁਹਾਡਾ ਬਣਾਇਆ ਹੋਇਆ ਆ, ਮੈਂ ਤੁਹਾਡਾ ਬੇਟਾ ਆ, ਮੈਂ ਆਪਣੀ ਭੈਣ ਦੀ ਡੋਲੀ ਆਪਣੇ ਹੱਥਾਂ ਨਾਲ ਰੁਖਸਤ ਕਰਨ ਆਇਆ ਆ, ਤੁਸੀਂ ਪਰੇਸ਼ਾਨ ਨਾ ਹੋ। ਅਗਰ ਜਹੇਜ਼ ਨਹੀਂ ਬਣਿਆ, ਉਹਨਾਂ ਨੇ ਉਸ ਵੇਲੇ ਫਿਲਮ ਦਿਆ ਔਰ ਤੂਫਾਨ ਤੋਂ ਜਿੰਨੇ ਵੀ ਪੈਸੇ ਮਿਲੇ ਸੀ ਜੇਬ 'ਚ ਪਾਏ ਹੋਏ ਸੀ, ਉਹਨਾਂ ਨੇ ਉਹ ਬੜੇ ਹਜ਼ਾਰਾਂ ਵਾਲੇ ਨੋਟ ਸੀ ਤੇ ਉਹਨਾਂ ਨੇ ਕੱਢ ਕੇ ਤੇ ਅੰਮਾ ਨੂਰਾਂ ਨੂੰ ਦੇ ਦਿੱਤੇ। ਉਹਨੇ ਕਿਹਾ ਆ ਲਓ ਅੰਮਾ ਨੂਰਾਂ, ਇਹ ਤੁਸੀਂ ਇਹ ਮੇਰੀ ਭੈਣ ਦਾ ਜਹੇਜ਼ ਬਣਾ ਦਿਓ, ਇਹ ਦੁਲਹੇ ਵਾਲਿਆਂ ਨੂੰ ਦੇ ਦਿਓ, ਉਹ ਇਹਦਾ ਜਹੇਜ਼ ਖਰੀਦ ਲੈਣ ਜਾਂ ਉਹ ਆਪਸ ਵਿੱਚ ਹੀ ਵੰਡ ਲੈਣ ਜਾਂ ਉਹਦੇ ਦੁਲਹੇ ਨੂੰ ਦੇ ਦਿਓ ਜਾਂ ਪਿਓ ਨੂੰ ਦੇ ਦਿਓ, ਜਿਵੇਂ ਉਹਨਾਂ ਦਾ ਦਿਲ ਕਰਦਾ ਕਰ ਲੈਣ, ਲੇਕਿਨ ਸਾਡੀ ਭੈਣ ਦੀ ਡੋਲੀ ਨੂੰ ਛੱਡ ਕੇ ਨਾ ਜਾਣ, ਉਹਨੂੰ ਲੈ ਕੇ ਜਾਣ। ਜਿਸ ਵੇਲੇ ਇਹ ਗੱਲ ਫਿਰ ਉਹਨਾਂ ਨੂੰ ਬਰਾਤੀਆਂ ਤੱਕ ਪਹੁੰਚੀ ਤੇ ਬਰਾਤੀ ਵੀ ਬੜੇ ਸ਼ਰਮਿੰਦਾ ਹੋ ਗਏ, ਉਹਨਾਂ ਨੇ ਵੀ ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਉਹਨਾਂ ਨੇ ਕਿਹਾ ਐਡਾ ਵੱਡਾ ਫਨਕਾਰ ਜਿਹੜਾ ਅੱਜ ਸਾਡੇ ਵਿੱਚ ਬੈਠਾ ਤੇ ਸਾਨੂੰ ਪੈਸੇ ਦੇ ਰਿਹਾ। ਉਹਨਾਂ ਨੇ ਪੈਸੇ ਵਾਪਸ ਕਰਨੇ ਦੀ ਕੋਸ਼ਿਸ਼ ਕੀਤੀ, ਲੇਕਿਨ ਅਦਾਕਾਰ ਰੰਗੀਲਾ ਨੇ ਕਿਹਾ ਮੈਂ ਪੈਸੇ ਨਹੀਂ ਲੈਣੇ, ਬੱਚੀ ਨੂੰ ਦੇ ਦਿਓ, ਮੇਰੀ ਭੈਣ ਨੂੰ ਦੇ ਦਿਓ, ਮੈਂ ਇਹਦੀ ਡੋਲੀ ਨੂੰ ਤੋਰਾਂਗਾ। ਇਸ ਤਰ੍ਹਾਂ ਫਿਰ ਉਹ ਵਾਕਿਆ ਹੁੰਦਾ, ਉਹ ਆਪਣੀ ਭੈਣ ਦੀ ਡੋਲੀ ਨੂੰ ਟੋਰਦਾ ਅੰਮਾ ਨੂਰਾਂ ਦੀ ਬੇਟੀ ਨੂੰ ਤੇ ਉਹ ਬੜੇ ਖੁਸ਼ ਹੁੰਦੇ ਨੇ ਸਾਰੇ ਵੇਖ ਕੇ। ਤੇ ਇਸ ਤਰ੍ਹਾਂ ਵੱਡਾ ਉਹਦਾ ਦਿਲ ਸੀ ਅਦਾਕਾਰ ਰੰਗੀਲੇ ਦਾ, ਉਹਨੇ ਹਜ਼ਾਰ ਦੇ ਕਾਫੀ ਉਸ ਵੇਲੇ ਹਜ਼ਾਰਾਂ ਦੀ ਬੜੀ ਵਕਤ ਸੀ ਤੇ ਫਿਲਮ ਦੇ ਵਿੱਚ ਫਿਲਮ ਦਿਆ ਔਰ ਤੂਫਾਨ 'ਚ ਫਿਰ ਤੁਹਾਨੂੰ ਪਤਾ ਕਿੰਨੇ ਪੈਸੇ ਸੀ, ਉਹਨੇ ਜਿੰਨੇ ਵੀ ਹਜ਼ਾਰ ਵਾਲੇ ਨੋਟ ਕੱਢ ਕੇ ਸਾਰੇ ਦੇ ਦਿੱਤੇ ਤੇ ਉਹਨੇ ਗਿਣੇ ਵੀ ਨਹੀਂ ਹੈਗੇ। ਅਤੇ ਅੰਮਾ ਨੂਰਾਂ ਬਹੁਤ ਖੁਸ਼ ਹੋਈ। ਇਸ ਤਰ੍ਹਾਂ ਉਹਨਾਂ ਨੇ ਅਹਿਸਾਨ ਦਾ ਬਦਲਾ ਵਾਪਸ ਕੀਤਾ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਸੀ, ਅਹਿਸਾਨ ਦਾ ਬਦਲਾ ਚੁਕਾਇਆ
ਤੇ ਅੱਲਾਹ ਤਾਲਾ ਅਦਾਕਾਰ ਰੰਗੀਲਾ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਜਗ੍ਹਾ عطا ਫਰਮਾਏ। ਇਹ ਇੱਕ ਸੱਚਾ ਵਾਕਿਆ ਜਿਹੜਾ ਸਾਡੇ ਸ਼ਾਹਦ ਨਜ਼ੀਰ ਚੌਧਰੀ ਸਾਹਿਬ ਨੇ, ਬਹੁਤ ਬੜੇ ਜਰਨਲਿਸਟ ਨੇ, ਉਹਨਾਂ ਨੇ ਬਿਆਨ ਕੀਤਾ ਔਰ ਇਹ ਤੁਹਾਨੂੰ ਅਸੀਂ ਸੁਣਾਇਆ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਉਮਾਨ 'ਚ ਰੱਖੇ। ਮੈਨੂੰ ਵੀ 2 ਦਿਨ ਹੋ ਗਏ ਬੁਖਾਰ ਚੜ੍ਹਦਾ ਸੀ, ਮੈਂ ਵੀ ਅੱਜ 2 ਦਿਨ ਬਾਅਦ ਵੀਡੀਓ ਬਣਾਉਣ ਲੱਗਾ। ਮੇਰੇ ਵਾਸਤੇ ਵੀ ਦੁਆ ਕਰਨਾ। ਜਿੰਨੇ ਵੀ ਮੁਸਲਮਾਨ ਹਸਪਤਾਲਾਂ ਦੇ ਅੰਦਰ, ਘਰਾਂ ਦੇ ਅੰਦਰ ਬਿਮਾਰ ਨੇ, ਅੱਲਾਹ ਤਾਲਾ ਸਭ ਨੂੰ ਆਪਣੀ ਰਹਿਮਤ ਦੇ ਨਾਲ ਤੰਦਰੁਸਤੀ, ਸਿਹਤ ਔਰ ਈਮਾਨ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। अस्सलामु अलैकुम वरहमतुल्लाहि वबरकातुहू।